15 ਤੇ ਕਾਲ ਕੀਤੀ। ਅਸੀਂ ਆ ਵੀਡੀਓ ਵੀ ਨਹੀਂ ਸੀ ਬਣਾਉਣ ਦਿੰਦੀ, ਛੋਟੇ ਵੀ ਨਹੀਂ ਸੀ ਦਿਖਾਉਣ ਦਿੰਦੀ। 15 ਵਾਲਿਆਂ ਨੇ ਆ ਕੇ ਤੇ ਦੇਖਿਆ ਤੇ ਉਹਨਾਂ ਨੂੰ ਅੰਦਰ ਕਮਰੇ 'ਚ ਲਿਜਾ ਕੇ ਕਹਿੰਦੀ ਹੈ ਕਿ ਇੱਥੇ ਹਿਸਾਬ ਕਿਤਾਬ ਸਾਡੇ ਨਾਲ ਕਰ ਲਵੋ ਤੇ ਇਹਨਾਂ ਨੂੰ ਇੱਥੋਂ ਹੀ ਭੇਜ ਦੇਵੋ। ਪੁਲਿਸ ਵਾਲੇ ਵੀ ਉਹਦੇ ਨਾਲ ਮਿਲ ਗਏ ਫਿਰ? ਜੀ ਪੁਲਿਸ ਵਾਲੇ ਵੀ ਮਿਲ ਗਏ ਸਨ ਤੇ ਫਿਰ ਉਹ ਵਕਤੀ ਤੌਰ ਸਾਨੂੰ ਝਿੜਕਾਂ ਦੇਣ ਲੱਗ ਗਏ ਕਿ ਤੁਸੀਂ ਬੱਚੀਆਂ ਪਹਿਲੇ ਲਿਆਂਦੇ ਜੇ, ਫਿਰ ਬਾਅਦ ਚੋਂ ਕਰਜ਼ੇ ਮਾफ़ करवाते जे। इसने फिर बोला कि ये मैं हमारी भाभी है तो मैं इसे मिलना है। फिर चुप हुई। फिर मैं अपने कोल बिठानी है, वो बहन नहीं देती कि जो आप अपना काम करें। तो फिर इसकी चोटें देखी, असी पूछा कि ये क्या हुआ, तो कहती है कि सीढ़ियों से गिरी है। असी क्या सीढ़ियों से गिरने से इतना तो चोटें नहीं आती? कहती है नहीं, सीढ़ियों से गिरी है, चलती फिरती है, ठीक ठाक काम करती है, इतनी चोटें के बाद भी काम करवाती सी। इस हालात में भी इससे काम करवाती थी? ट्रे राती फड़ी सी इन्हें खाने की लेके जा रही सी कमरे में, ਜਦੋਂ ਅਸੀਂ ਜਾ ਕੇ ਵੇਖੀ। आपने जब अपनी बच्ची को इस हालत में देखा तो आपने पुलिस को इतला नहीं दी भी? ਪੁਲਿਸ ਕੋ ਤਲਾਹ ਦੀ ਸੀ। ਇਹ ਤੁਰਿਆ ਨਹੀਂ ਸੀ ਜਾਣ ਡਿਆ ਇਹਦੇ ਕੋਲ, ਲੰਗਾ ਲੰਗਾ ਕੇ ਟੁਰਦੀ ਸੀ, ਲੱਤ ਖਿੱਚ ਖਿੱਚ ਕੇ ਤੁਰਦੀ ਸੀ। ਤੇ ਫਿਰ ਅਸੀਂ ਕਿਹਾ ਕਿ ਇਹਦੇ ਨਾਲ ਇਹ ਜ਼ਿਆਦਤੀ ਕਿਉਂ ਹੋਈ? ਕਹਿੰਦੀ ਹੈ ਕਿ ਇਹ ऊपर गई है, नीचे आई है तो सीढ़ियों से गिर गई। ਅਸੀਂ ਕਿਹਾ सीढ़ियों से गिरने से तो इतनी मार पड़ती नहीं। तो फिर इस बच्ची ਨੂੰ ਅਸੀਂ ਪੁੱਛਿਆ ਹੈ ਤੇ ਇਹਨੇ ਆਖਿਆ ਕਿ ਮੈਨੂੰ ਲੋਹੇ के डंडों से मारती रही। तो ਅਸੀਂ पूछा कि हानिया सिर्फ अकेली मारती थी या उसका शोहर भी मारता था? नहीं, उसका शोहर नहीं है ਉਹਦੇ पास, हानिया सी मिले हुए सी। अकेली औरत है ये? नहीं, एक और औरत ਉਹਨਾਂ ਦੇ ਘਰ, उसकी भाभी, उसके भाई भी ਸੀ। ये दोनों मारती थी? नहीं, ਇਹ ਹਾਨੀਆਂ ਦਾ ਹੀ ਨਾਮ ਨਹੀਂ ਆਇਆ, ਹਾਨੀਆਂ ਹੀ ਮਾਰਦੀ ਸੀ। ਹਾਨੀਆਂ ਨੇ ਕੰਮ पे ਰੱਖਾ था। ਤੁਸੀਂ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਵੀ ਕਿ ਸਾਡੀ ਬੱਚੀ ਨੂੰ ਮਾਰਿਆ ਗਿਆ ਜੀ? ਦਿੱਤੀ ਸੀ। ਫਿਰ ਆ ਵੀਡੀਓ ਬਣਾ ਕੇ ਅਸੀਂ ਪੁਲਿਸ ਨੂੰ ਫੋਨ ਕੀਤਾ ਹੈ, ਪੁਲਿਸ ਆਈ ਹੈ, ਸਾਨੂੰ 15 ਤੇ ਕਾਲ ਕੀਤੀ ਸੀ? 15 ਤੇ ਕਾਲ ਕੀਤੀ। ਅਸੀਂ ਆ ਵੀਡੀਓ ਵੀ ਨਹੀਂ ਸੀ ਬਣਾਉਣ ਦਿੰਦੀ, ਛੋਟੇ ਵੀ ਨਹੀਂ ਸੀ ਦਿਖਾਉਣ ਦਿੰਦੀ। 15 ਵਾਲਿਆਂ ਨੇ ਆ ਕੇ ਤੇ ਦੇਖਿਆ ਤੇ ਉਹਨਾਂ ਨੂੰ ਅੰਦਰ ਕਮਰੇ 'ਚ ਲਿਜਾ ਕੇ ਕਹਿੰਦੀ ਹੈ ਕਿ ਇੱਥੇ ਹਿਸਾਬ ਕਿਤਾਬ ਸਾਡੇ ਨਾਲ ਕਰ ਲਵੋ ਤੇ ਇਹਨਾਂ ਨੂੰ ਇੱਥੋਂ ਹੀ ਭੇਜ ਦੇਵੋ। ਪੁਲਿਸ ਵਾਲੇ ਵੀ ਉਹਦੇ ਨਾਲ ਮਿਲ ਗਏ ਫਿਰ? ਜੀ ਪੁਲਿਸ ਵਾਲੇ ਵੀ ਮਿਲ ਗਏ ਸਨ ਤੇ ਫਿਰ ਉਹ ਵਕਤੀ ਤੌਰ ਸਾਨੂੰ ਝਿੜਕਾਂ ਦੇਣ ਲੱਗ ਗਏ ਕਿ ਤੁਸੀਂ ਬੱਚੀਆਂ ਪਹਿਲੇ ਲਿਆਂਦੇ ਜੇ, ਫਿਰ ਬਾਅਦ ਚੋਂ ਕਰਜ਼ੇ ਮਾਫ਼ ਕਰਵਾਉਂਦੇ ਜੇ। ਕਿਹੜੇ ਥਾਣੇ ਦੀ ਪੁਲਿਸ ਆਈ ਸੀ ਜਿਹੜੀ ਉਸ ਖਤੂਨ ਦੀ ਗੱਲ ਸੁਣ ਕੇ ਤੇ ਉਹਦੇ ਨਾਲ ਹੀ ਮਿਲ ਗਈ ਸੀ? ਤੇ ਜਿਹੜੇ ਉਹ ਸੱਤੂ ਕਤਲਾ ਦੀ ਪੁਲਿਸ ਆਈ? ਹਾਂਜੀ, ਉਹ ਵਾਲੀ ਪੁਲਿਸ। ਉਹਨੇ ਬੱਚੀ ਦੇ ਹਾਲਾਤ ਨਹੀਂ ਸੀ ਵੇਖੇ? ਹਾਂਜੀ ਵੇਖ ਕੇ ਤੇ ਉਹ ਕਹਿੰਦੇ ਕਿ ਤੁਸੀਂ ਕਰਜ਼ੇ ਮਾਫ਼ ਕਰਾਉਣ ਵਾਸਤੇ ਤੁਸੀਂ ਇੰਜ ਕਰਦੇ ਹੋ। ਤੁਸੀਂ ਕੋਈ ਕਰਜ਼ਾ ਲਿਆ ਸੀ, ਬੱਚੀ ਨੂੰ ਗਿਰਵੀ ਰਖਾਇਆ ਸੀ ਉਸ ਘਰ ਦੇ ਵਿੱਚ? नहीं, ਅਸੀਂ 50,000 लिया सी पहले, तो फिर उन्हें सैलरियों से काट लिया था। वो 50,000 सैलरी में से काट लिया हुआ है? जी, उन्हें दिन सैलरी नहीं सी देंदी है। तो फिर कहती सी कि 10,000 5,000 इस तरह उन्हें जमा करके तो 2,34,000 रुपया बनाता। ਉਹ ਕਹਿੰਦੀ ਕਿ 2,34,000 ਰੁਪਏ ਤੁਸੀਂ ਹੁਣ ਮੈਨੂੰ ਦਿਓ? हाँ जी। तो फिर सैलरियाँ कट कट के फिर 1,60,000 रुपये आई। 1,60,000 रुपये आई तो फिर कहती है कि मैं बच्ची नहीं जान देनी। असी क्या बच्ची असी खड़नी? कहती मेरे पैसे दियो, इन्ने पैसे बच्ची ले जो। असी क्या इस तरह साढ़े को ना पैसे ने ना असी बच्ची। आपने पुलिस को नहीं बताया कि बच्ची तो हमने इनको सही सलामत दी थी, तो ये हालत क्या कर दी इसने? ਉੱਥੇ ਹੀ ਖੜੀ ਸੀ ਪੁਲਿਸ ਨੂੰ ਤੇ ਕਮਰੇ 'ਚ ਲੈ ਜਾਂਦੇ ਸਨ ਤੇ ਫਿਰ ਉਹ ਵੀ ਸਾਨੂੰ ਡਾਂਟਦੇ ਸਨ। ਤੁਹਾਨੂੰ ਫਿਰ ਕਿਸ ਤਰ੍ਹਾਂ ਬੱਚੀ ਮਿਲੀ ਤੇ ਇਸ ਹਾਲਾਤ ਦੇ ਵਿੱਚ ਤੁਸੀਂ ਬੱਚੀ ਕਿਵੇਂ ਲੈ ਆਏ? ਫਿਰ ਅਸੀਂ ਇਸ ਤੋਂ ਵੀ ਉਹਨਾਂ ਦੇ ਜਿਹੜੇ ਹਮਸਾਏ ਸਨ, ਜਿਹੜੇ ਹੋਰ ਕੋਠੀਆਂ ਵਾਲੇ ਲੋਕ ਸਨ, ਉਹ ਵੀ ਜਮ੍ਹਾਂ ਹੋਏ ਸਨ। ਉਹਨਾਂ ਨੇ ਗਵਾਹੀ ਦਿੱਤੀ ਕਿ ਬੱਚੀ ਕੇ ਸਾਥ ਜ਼ੁਲਮ ਹੋ ਰਿਹਾ। ਫਿਰ ਇਸ ਤੋਂ ਵੀ ਉੱਪਰ ਕਾਲ ਗਈ ਹੈ ਤੇ ਫਿਰ ਸਾਨੂੰ ਥਾਣੇ ਲੈ ਗਏ ਨੇ। ਕੋਈ ਬੱਚੀ ਦਾ ਕੋਈ ਪਰਚਾ ਹੋਇਆ ਇਸ ਖਤੂਨ ਦੇ ਖਿਲਾਫ? ਪਰਚਾ ਨਹੀਂ ਹੋਇਆ। ਉਹਨਾਂ ਨੇ ਰਾਤੀ ਉੱਥੇ ਹੀ ਗੱਲ ਥਾਣੇ ਦੇ ਵਿੱਚ ਹੀ ਫਿਰ ਲੋਕ ਜਮ੍ਹਾਂ ਹੋ ਗਏ ਸਨ, ਆਪਣੇ ਹੀ ਉਹ ਸਾਰੇ ਕੁੜੀਆਂ ਉਹਨਾਂ ਤੁਹਾਡੇ ਤੇ ਦਬਾਅ ਪਾਉਣ ਲੱਗ ਪਏ ਸੀ, ਡਰਾਉਣ ਲੱਗ ਪਏ ਸੀ? ਜੀ ਕਿ ਤੁਸੀਂ ਸੁਲ੍ਹਾ ਕਰ ਲਓ, ਬਸ ਠੀਕ ਹੈ, ਗੱਲ ਖਤਮ ਕਰੋ, ਸੁਲ੍ਹਾ ਕਰ ਲਓ, ਸੁਲ੍ਹਾ ਕਰ ਲਓ। ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਕਿਸ ਤਰ੍ਹਾਂ ਇਹ ਕਰ ਰਹੇ ਨੇ, ਕੀ ਕਰ ਰਹੇ ਨੇ। ਤੁਸੀਂ ਫਿਰ ਸੁਲ੍ਹਾ ਕਰ ਲਈ ਸੀ ਉਹਦੇ ਨਾਲ? ਹਾਂਜੀ, ਸੁਲ੍ਹਾ ਉਹਨਾਂ ਨੇ ਉੱਥੇ ਕਰਵਾ ਕੇ ਸਾਨੂੰ ਕੱਢ ਦਿੱਤਾ ਸੀ। ਕੀ ਫਿਰ ਤੁਸੀਂ ਸੁਲ੍ਹਾ ਕੀਤੀ? ਕੋਈ ਤੁਹਾਡੇ ਕੋਲ ਕੋਈ ਸਾਈਨ ਤੁਸੀਂ ਕੀਤੇ, ਕੋਈ ਅੰਗੂਠੇ ਲਗਾਏ, ਕੋਈ ਲਿਖ ਕੇ ਦਿੱਤਾ ਜੇ? ਮੇਰੀ ਮਾਈ ਦੇ ਸੈਨ ਅੰਗੂਠੇ ਹੋਏ ਤੇ ਇੱਕ ਮੇਰੇ ਦੇਵਰ ਦੇ ਹੋਏ ਨੇ, ਮੇਰੇ ਨਹੀਂ ਹੋਏ। ਸਾਡੇ ਪੇਪਰਾਂ ਤੇ ਕੁਝ ਲਿਖਿਆ ਸੀ? ਭਾਈ ਜਿਹੜਾ ਥਾਣੇਦਾਰ ਆਇਆ ਸੀ ਨਾ, ਉਹ ਹੀ ਲਿਖਦਾ ਪਿਆ ਸੀ ਉੱਤੇ ਆਪਣੀ ਡਾਇਰੀ ਤੇ। ਉਹਨੇ ਕੋਈ ਤੁਹਾਨੂੰ ਪੜ੍ਹ ਕੇ ਸੁਣਾਇਆ ਕਿ ਇਹ ਲਿਖਿਆ ਜੇ? ਸੁਣਾਇਆ। नाज़रीन, ये सादा लोग हैं, अब इनको नहीं पता कि इन्होंने अपनी बेटी के साथ होने वाले जुल्म की जो सुलह है वो लिख कर दी है या फिर इन्होंने इस बेटी को लिख दिया हुआ है और लिख के उनको दे दिया है। इनके पास कोई सबूत नहीं है कि हमने क्या लिखा है और हमारे से क्या लिखवाया गया है। अब ये सत्तू कतला जो पुलिस है, ये उसको सोचना चाहिए था कि एक मासूम सी बच्ची जो कि घरेलू मुलाजमा है और वो काम काज के लिए इन्होंने 2 साल से अपने घर में यरगमाल बना के रखा हुआ है, इनको मिलने नहीं दिया जाता था। ये तो उस फरिश्ता नमा औरत जिसने
بچی نے ان کے ساتھ رابطہ کیا کہ آپ کی بیٹی کے ساتھ ظلم ہو رہا ہے، تو پھر جا کر انہیں خیال آیا کہ ہم اپنی بچی کی جو ہے نا وہ پیچھا کرتے ہیں، دیکھتے تو صحیح کہ آگے سے ہوتا کیا، آگے سے اس بچی کی حالت آپ کے سامنے ہے۔ اب ان کا کیا مطالبہ ہے، کیا چاہتی ہیں، اب کیا ہونا چاہیے؟ ہمیں انصاف ملنا چاہیے، کیا پہلے آگے کسی کی بیٹی سے اس طرح ظلم نہ ہوئے۔ بیٹا آپ کیا چاہتی ہیں کیا ہونا چاہیے، اور اس ہانیہ کو کیا سزا ملنی چاہیے؟ اس کو بھی ایسے سزا ملنی چاہیے۔ اس کو بھی ایسے سزا ملنی چاہیے۔ ہاں جی، جیسے اس نے مجھے مارا، لوہے کے ڈنڈوں سے مارا ہے، ایسے بھی اس کو مارنا چاہیے۔ تو آپ کو مریم صاحبہ بھی سن رہی ہے، وہ بھی ایک خاتون ہے اور وزیر اعلیٰ پنجاب ہے، آپ ان سے کیا مطالبہ کریں گی کہ جو اس طرح کی چھوٹی چھوٹی بچیاں جو گھریلو کام کاج کے لیے لوگوں کے گھروں میں کام کرتی ہیں، ان کے ساتھ اس طرح کا ظلم بند کیا جائے؟ ہاں جی، کیا جائے، بتاؤ، اس کو پورے مطالبہ کرو اس سے کہ جو بچے ادھر کام کرتی ہیں ان کو بھی ایسے وہ نہ مارے، اس کو وہ مارنا بند کیا جائے۔ ناظرین، آپ نے اس دونوں خواتین کی جو ہے وہ بات سن لی ہے، اور میں اب مطالبہ کروں گا ڈی آئی جی فیصل کامران صاحب سے کہ آپ ماشاءاللہ سے بڑا اچھا کام کر رہے ہیں، لیکن آپ کے ہی تھانے کی جو پولیس ہے وہ کیسے طاقتور لوگوں کے سامنے جھک جاتی ہے اور ایسے مظلوم لوگوں کو کس طرح سے ڈراتی ہے، دھمکاتی ہے کہ یہ آپ لوگوں کے خلاف قانونی کارروائی کر دیں گے۔ اب پتہ نہیں انہوں نے کیا لکھ کر دیا ہے یا پھر انہوں نے کیا اپنی مرضی سے لکھ دیا ہے، لیکن ان کا یہ مطالبہ ہے کہ اس بچی کے ساتھ جو ظلم ہوا ہے اور اس ظلم کرنے والے ظالموں کے خلاف فوری اور سخت ایکشن لینا چاہیے، تاکہ کوئی اور اس طرح کا بچہ یا بچی جو لوگوں کے گھروں میں کام کاج کے لیے یا پھر اپنی نظام زندگی چلانے کے لیے اپنے بچوں کو لوگوں کے حوالے کر دیتے ہیں کہ ہماری زندگی جو ہے وہ تھوڑی سی آسان ہو جائے گی، تو خدارا ایسے بچوں پر ظلم کرنے سے پہلے آپ کو کیوں یہ خدا کا خوف نہیں آتا کہ ہمارے بھی اپنے بچے ہیں؟ اور اب ان کا یہ مطالبہ ہے کہ اس خاتون کے خلاف قانونی کارروائی ہونی چاہیے تاکہ ان کو انصاف مل سکے۔ اجازت چاہوں گا، اللہ نے کے بعد۔